ਸੰਜੋਗ ਵਿਆਹ ਦੇ ਇੱਕ ਪਿੰਡ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਉਸ ਦੀ ਇੱਕ ਲੜਕੀ ਸੀ। ਕੰਨਿਆ ਜਦੋਂ ਜਵਾਨ ਹੋਈ ਤਾਂ ਉਸਨੇ ਨਾਈ ਨੂੰ ਸੱਦ ਕੇ ਕਿਹਾ ਕਿ ਉਹ ਉਸ ਦੀ ਕੁੜੀ ਵਾਸਤੇ ਕੋਈ ਯੋਗ ਵਰ ਲੱਭ ਕੇ ਅਤੇ ਸ਼ੁਭ ਮਹੂਰਤ ਕਢਵਾ ਕੇ ਵਿਆਹ ਦੀ ਤਾਰੀਖ ਪੱਕੀ ਕਰਾਵੇ, ਕਿਉਂਕਿ ਜੋ ਕੁਝ ਦਿਨਾਂ ਬਾਅਦ ਤਾਰਾ ਡੁੱਬਣ ਵਾਲਾ ਸੀ ਅਤੇ ਸਾਲ ਸਮਾਂ ਵਿਆਹ ਦੇ ਮਹੂਰਤ ਨਹੀਂ ਸੀ ਨਿਕਲਣੇ। ਨਾਈ ਸ਼ਾਹੂਕਾਰ ਨਾਲ ਸਾਰੀ ਗੱਲ ਵਿਚਾਰ ਕੇ ਚਲਾ ਗਿਆ ਤੇ ਪੂਰਬੀ ਪਾਸੇ ਦੇ ਪਿੰਡਾਂ ਵੱਲੋਂ ਇੱਕ ਯੋਗ ਵਰ ਲੱਭ ਕੇ ਤੇ ਸ਼ਗਨ ਦੇ ਕੇ ਆਉਂਦੀ ਇਕਾਦਸ਼ੀ ਦਾ ਵਿਆਹ ਵੀ ਪੱਕਾ ਕਰਾਇਆ। ਉਦੋਂ ਸ਼ਾਹੂਕਾਰ ਦੀ ਪਤਨੀ ਪੇਕੇ ਗਈ ਹੋਈ ਸੀ। ਉਸ ਨੂੰ ਉੱਥੇ ਸਹੇਲੀਆਂ ਨੇ ਦੱਸਿਆ ਕਿ ਕੁਝ ਹੀ ਦਿਨਾਂ ਤੱਕ ਤਾਰਾ ਡੁੱਬਣ ਵਾਲਾ ਹੈ, ਫਿਰ ਵਿਆਹ ਦੇ ਮਹੂਰਤ ਨਹੀਂ ਨਿਕਲਣੇ, ਇਸ ਲਈ ਉਹ ਛੇਤੀ ਹੀ ਕੋਈ ਵਰ ਲੱਭ ਕੇ ਜਵਾਨ ਧੀ ਦਾ ਵਿਆਹ ਕਰ ਦਵੇ। ਸ਼ਾਹੂਕਾਰ ਦੀ ਪਤਨੀ ਨੇ ਆਪਣੇ ਪੇਕੇ ਪਿੰਡ ਇੱਕ ਗੱਭਰੂ ਜਵਾਨ ਨਾਲ ਧੀ ਦਾ ਵਿਆਹ ਪੱਕਾ ਕਰ ਦਿੱਤਾ ਅਤੇ ਆਉਂਦੀ ਇਕਾਦਸ਼ੀ ਦੀਆਂ ਲਾਵਾਂ ਪੱਕੀਆਂ ਕਰ ਦਿੱਤੀਆਂ। ਜਦੋਂ ਸ਼ਾਹੂਕਾਰ ਦੀ ਪਤਨੀ ਘਰ ਵਾਪਸ ਪਹੁੰਚੀ ਤਾਂ ਉਸਨੇ ਪਤੀ ਨੂੰ ਕੁੜੀ ਦੀ ਸਗਾਈ ਬਾਰੇ ਸਾਰੀ ਗੱਲ ਦੱਸੀ, ਪਰ ਸ਼ਾਹੂਕਾਰ ਅੱਗੋਂ ਗੁੱਸੇ ਨਾਲ ਬੋਲਿਆ ਕਿ ਤੂੰ ਮੇਰੇ ਤੋਂ ਪੁੱਛ ਤਾਂ ਲੈਣਾ ਸੀ, ਮੈਂ ਵਿਆਹ ਦੀ ਗੱਲ ਪਹਿਲਾਂ ਹੀ ਪੱਕੀ ਕਰ ਚੁੱਕਾ ਹਾਂ। ਪਤੀ ਪਤਨੀ ਦੋਹਾਂ ਵਿੱਚ ਝਗੜਾ ਹੋ ਗਿਆ। ਦੋਵੇਂ ਆਪੋ ਆਪਣੀ ਜ਼ਿੱਦ ਉੱਪਰ ਅੜ ਗਏ। ਇਕਾਦਸ਼ੀ ਵਾਲੇ ਦਿਨ ਪਿੰਡ ਵਿੱਚ ਦੋ ਬਰਾਤਾਂ ਆ ਟੁਕੀਆਂ। ਇੱਕ ਪੂਰਬ ਵੱਲੋਂ ਆਈ, ਦੂਜੀ ਪੱਛਮ ਵੱਲੋਂ। ਇੱਕ ਕੁੜੀ ਅਤੇ ਦੋ ਬਰਾਤਾਂ। ਅਚਾਨਕ ਸ਼ਿਵ ਜੀ ਤੇ ਮਾਤਾ ਪਾਰਬਤੀ ਉਧਰੋਂ ਦੀ ਲੰਘ ਰਹੇ ਸਨ। ਸ਼ਿਵ ਜੀ ਦੋ ਬਰਾਤਾਂ ਵੇਖ ਕੇ ਹੱਸ ਪਏ। ਮਾਤਾ ਪਾਰਬਤੀ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਸ਼ਿਵ ਜੀ ਨੇ ਦੱਸਿਆ, ਇਹ ਦੋਵੇਂ ਇੱਕੋ ਕੁੜੀ ਨੂੰ ਵਿਆਹੁਣ ਚੱਲੇ ਨੇ। ਮਾਤਾ ਪਾਰਬਤੀ ਦੀ ਦਿਲਚਸਪੀ ਵੱਧ ਗਈ ਤੇ ਉਸਨੇ ਸਾਰੀ ਗੱਲ ਜਾਣਨੀ ਚਾਹੀ। ਸਾਰੀ ਗੱਲ ਸੁਣ ਕੇ ਪਾਰਬਤੀ ਨੇ ਪੁੱਛਿਆ, ਮਹਾਰਾਜ, ਇਸ ਕੰਨਿਆ ਦਾ ਵਿਆਹ ਹੁਣ ਕਿਸ ਲਾੜੇ ਨਾਲ ਹੋਵੇਗਾ? ਸ਼ਿਵ ਜੀ ਨੇ ਉੱਤਰ ਦਿੱਤਾ, ਜਿਸ ਨਾਲ ਸੰਜੋਗ ਹੋਏ। ਮਾਤਾ ਪਾਰਬਤੀ ਨੇ ਪੁੱਛਿਆ, ਸੰਜੋਗ ਕਿਸ ਦੇ ਹੱਥ ਨੇ? ਸ਼ਿਵ ਜੀ ਨੇ ਕਿਹਾ, ਵਿਦਮਾਤਾ ਦੇ ਹੱਥ। ਉਸੇ ਵੇਲੇ ਵਿਦਮਾਤਾ ਉਧਰੋਂ ਦੀ ਲੰਘੀ। ਸ਼ਿਵ ਜੀ ਨੇ ਵਿਦਮਾਤਾ ਵੱਲ ਇਸ਼ਾਰਾ ਕਰਕੇ ਮਾਤਾ ਪਾਰਬਤੀ ਨੂੰ ਕਿਹਾ ਕਿ ਉਹ ਵੇਖ ਵਿਦਮਾਤਾ ਜਾ ਰਹੀ ਹੈ। ਮਾਤਾ ਪਾਰਬਤੀ ਨੇ ਵਿਦਮਾਤਾ ਨੂੰ ਸੱਦ ਕੇ ਪੁੱਛਿਆ, ਭੈਣੇ, ਇਹਨਾਂ ਦੋਹਾਂ ਬਰਾਤਾਂ ਵਿੱਚੋਂ ਕੰਨਿਆ ਦਾ ਵਿਆਹ ਕਿਹੜੇ ਲਾੜੇ ਨਾਲ ਹੋਵੇਗਾ? ਵਿਦਮਾਤਾ ਨੇ ਅੰਤਰ ਧਿਆਨ ਹੋ ਕੇ ਦੋਹਾਂ ਦੇ ਸੰਜੋਗ ਵੇਖ ਕੇ ਕਿਹਾ, ਜਿਹੜੀ ਬਰਾਤ ਪੂਰਬ ਵਾਲੇ ਪਾਸਿਓਂ ਆਈ ਹੈ। ਮਾਤਾ ਪਾਰਬਤੀ ਨੇ ਸਹਿਜ ਸੁਭਾ ਪੁੱਛਿਆ, ਕੀ ਇਸ ਸੰਜੋਗ ਨੂੰ ਬਦਲਿਆ ਨਹੀਂ ਜਾ ਸਕਦਾ? ਵਿਦਮਾਤਾ ਨੇ ਬੜੇ ਮਾਣ ਨਾਲ ਕਿਹਾ, ਕਦੀ ਵੀ ਨਹੀਂ, ਕੋਈ ਵੀ ਹੋਣੀ ਨੂੰ ਨਹੀਂ ਬਦਲ ਸਕਦਾ, ਸਗੋਂ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ, ਤੁਸੀਂ ਤੇ ਦੇਵਤੇ ਵੀ ਇਸ ਸੰਜੋਗ ਨੂੰ ਸਿਰੇ ਚਾੜਨ ਵਿੱਚ ਸਹਾਇਕ ਹੋਵੋਗੇ। ਮਾਤਾ ਪਾਰਬਤੀ ਨੂੰ ਕਰੋਧ ਆ ਗਿਆ ਤੇ ਕਹਿਣ ਲੱਗੀ, ਵੇਖੋ ਕਿੰਨੀ ਆਕੜ ਨਾਲ ਗੱਲ ਕਰ ਰਹੀ ਏ, ਮੈਂ ਇਸ ਦੀ ਆਕੜ ਭੰਨ ਕੇ ਰਹਾਂਗੀ। ਫਿਰ ਮਾਤਾ ਪਾਰਬਤੀ ਨੇ ਸ਼ਿਵ ਜੀ ਨੂੰ ਕਿਹਾ, ਮਹਾਰਾਜ, ਮੈਂ ਇਹ ਸੰਜੋਗ ਖੰਡਿਤ ਕਰਕੇ ਪੱਛਮੀ ਦਿਸ਼ਾ ਦੇ ਲਾੜੇ ਨਾਲ ਕੰਨਿਆ ਦਾ ਵਿਆਹ ਕਰਨਾ ਚਾਹੁੰਦੀ ਹਾਂ। ਸ਼ਿਵ ਜੀ ਨੇ ਉੱਤਰ ਦਿੱਤਾ, ਇਹ ਕਿਵੇਂ ਹੋ ਸਕਦਾ ਹੈ? ਵਿਦਾਂਤ ਨੂੰ ਤੂੰ ਨਹੀਂ ਬਦਲ ਸਕਦੀ। ਮਾਤਾ ਪਾਰਬਤੀ ਨੇ ਕਿਹਾ, ਪਰ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪਏਗੀ, ਜਿਵੇਂ ਮੈਂ ਕਹਾਂਗੀ ਤੁਸੀਂ ਉਵੇਂ ਹੀ ਕਰੋਗੇ। ਸ਼ਿਵ ਜੀ ਨੇ ਕਿਹਾ, ਤੇਰੀ ਮੈਂ ਹਰ ਗੱਲ ਮੰਨਾਂਗਾ, ਪਰ ਯਾਦ ਰੱਖ, ਤੂੰ ਸੰਜੋਗ ਨੂੰ ਨਹੀਂ ਬਦਲ ਸਕੇਂਗੀ। ਮਾਤਾ ਪਾਰਬਤੀ ਨੇ ਤਰਲਾ ਕੀਤਾ, ਤਾਂ ਫਿਰ ਇੱਕ ਕੰਮ ਕਰੋ, ਪੂਰਬੀ ਦਿਸ਼ਾ ਵੱਲੋਂ ਆ ਰਹੀ ਬਰਾਤ ਦੇ ਲਾੜੇ ਨੂੰ ਚੁਕਵਾ ਕੇ ਕਿਸੇ ਗੁਫਾ ਵਿੱਚ ਪਹੁੰਚਾ ਦਿਓ। ਸ਼ਿਵ ਜੀ ਨੇ ਕਿਹਾ, ਮੈਂ ਇਹ ਕੰਮ ਕਰ ਤਾਂ ਦਿਆਂਗਾ, ਪਰ ਇਸ ਦਾ ਕੋਈ ਲਾਭ ਨਹੀਂ ਹੋਣਾ। ਜੇ ਕੰਨਿਆ ਦੇ ਸੰਜੋਗ ਪੂਰਬੀ ਦਿਸ਼ਾ ਵਾਲੇ ਲਾੜੇ ਨਾਲ ਹਨ ਤਾਂ ਤੂੰ ਨਹੀਂ ਰੋਕ ਸਕਦੀ। ਫਿਰ ਪਾਰਬਤੀ ਦੇ ਜ਼ੋਰ ਦੇਣ ਤੇ ਸ਼ਿਵ ਜੀ ਨੇ ਗਰੁੜ ਨੂੰ ਆਦੇਸ਼ ਦਿੱਤਾ ਕਿ ਉਹ ਪੂਰਬੀ ਦਿਸ਼ਾ ਵੱਲੋਂ ਆ ਰਹੀ ਬਰਾਤ ਦੇ ਦੂਲੇ ਨੂੰ ਚੁੱਕ ਕੇ ਕਿਸੇ ਦੂਰ ਦੁਰਾਡੀ ਗੁਫਾ ਵਿੱਚ ਛੱਡ ਆਵੇ। ਗਰੁੜ ਨੇ ਉਸੇ ਵੇਲੇ ਜਾ ਕੇ ਕੋੜੀ ਉੱਪਰ ਚਪੱਟਾ ਮਾਰਿਆ ਅਤੇ ਲਾੜੇ ਨੂੰ ਚੁੱਕ ਕੇ ਇੱਕ ਗੁਫਾ ਵਿੱਚ ਛੱਡ ਆਇਆ। ਉਧਰ ਕੰਨਿਆ ਦੀ ਮਾਂ ਤੇ ਪਿਓ ਵਿੱਚ ਝਗੜਾ ਚੱਲ ਰਿਹਾ ਸੀ। ਮਾਂ ਆਪਣੇ ਬਚਨਾਂ ਦੀ ਲਾਜ ਰੱਖਣਾ ਚਾਹੁੰਦੀ ਸੀ, ਪਰ ਪਿਓ ਆਪਣੀ ਜ਼ੁਬਾਨ ਨੂੰ ਝੁਠਲਾਣਾ ਨਹੀਂ ਸੀ ਚਾਹੁੰਦਾ। ਕੁੜੀ ਦੀ ਮਾਂ ਨੇ ਹੁਸ਼ਿਆਰੀ ਕੀਤੀ ਤੇ ਪਤੀ ਨੂੰ ਕਿਹਾ, ਤੁਸੀਂ ਬੇਸ਼ੱਕ ਆਪਣੀ ਮਰਜ਼ੀ ਦੇ ਦੂਲੇ ਨਾਲ ਹੀ ਧੀ ਵਿਆਹ ਲਾਓ, ਪਰ ਮੇਰੀ ਪੱਤ ਮਿੱਟੀ ਵਿੱਚ ਤਾਂ ਨਾ ਰੋਲੋ। ਮੇਰੇ ਪੇਕੇ ਪਿੰਡੋਂ ਜਿਹੜੀ ਬਰਾਤ ਆਈ ਏ, ਉਸ ਨੂੰ ਖਾਣਾ ਤਾਂ ਭਿਜਵਾ ਦਿਓ, ਉਹ ਖਾ ਪੀ ਕੇ ਵਾਪਸ ਚਲੇ ਜਾਣਗੇ। ਸ਼ਾਹੂਕਾਰ ਇਹ ਗੱਲ ਮੰਨ ਗਿਆ। ਉਸੇ ਵੇਲੇ ਇੱਕ ਵੱਡੇ ਸਾਰੇ ਸੰਦੂਕ ਵਿੱਚ ਖਾਣਾ ਰੱਖ ਕੇ ਪੱਛਮੀ ਦਿਸ਼ਾ ਵਾਲੀ ਬਰਾਤ ਵੱਲ ਭੇਜਣ ਦੀ ਤਿਆਰੀ ਹੋਣ ਲੱਗੀ। ਮਾਂ ਨੇ ਹੁਸ਼ਿਆਰੀ ਵਿਖਾਉਂਦਿਆਂ ਉਸ ਸੰਦੂਕ ਵਿੱਚ ਖਾਣੇ ਦੇ ਨਾਲ ਹੀ ਕੁੜੀ ਨੂੰ ਸ਼ਿੰਗਾਰ ਕੇ ਬਿਠਾ ਦਿੱਤਾ, ਤਾਂ ਜੋ ਚੁੱਪ-ਚੁਪੀਤੇ ਉੱਥੇ ਲਾਵਾਂ ਫੇਰੇ ਦਿਵਾ ਕੇ ਉੱਥੋਂ ਹੀ ਕੁੜੀ ਦੀ ਡੋਲੀ ਤੋੜ ਦਿੱਤੀ ਜਾਵੇ। ਉਧਰ ਸ਼ਿਵ ਜੀ ਤੇ ਮਾਤਾ ਪਾਰਬਤੀ ਬੈਠੇ ਗੱਲਾਂ ਕਰ ਰਹੇ ਸਨ। ਮਾਤਾ ਪਾਰਬਤੀ ਕਹਿਣ ਲੱਗੀ, ਮੈਂ ਵਿਦਮਾਤਾ ਦਾ ਅਹੰਕਾਰ ਤੋੜ ਕੇ ਰੱਖ ਦਿਆਂਗੀ।
शिव जी ने कहा, "ओ तां ठीक है, पर जो पूर्वी दिशा वाला लाड़ा भुख नाल ही मर गया तां विधमाता दी कोई हार नहीं होवेगी। हां, जे पूर्वी दिशा दा लाड़ा जिंदा होवे तां दूजी थां कुड़ी दा विआह हो जावे, फिर ओ तेरी शक्ति मन्नेगी। तां फिर गुफा विच उस नूं खाना पहुंचाना जरूरी है। माता पार्वती ने कहा, तुसी खाना भिजवाण दा कोई प्रबंध करो। उसे वेले शिव ने गुरु नूं आदेश दिता कि वह जिस गुफा विच लाड़े नूं छड्ड आया है उत्थे खाना भी पहुंचा देवे। गरुड़ उड़दा होया कुड़ी दे घर गया। उत्थे 4 कहार खाने दा संदूक चुक के पश्चिमी दिशा वल लिजा रहे सन। गरुड़ ने उस संदूक ते चपटा मारिया ते संदूक गुफा विच ही पहुंचा दिता। जदों लाड़े ने संदूक खोलिया तां उस विच भोजन तो इलावा कुड़ी भी सी। उन्हां दोहां ने एक दूजे दे गल विच हार पा के विआह कर लिया ते भोजन छकण लगे। विधमाता फिर उधरों दी लंघी जिथे शिव जी ते माता पार्वती बैठे सन। माता पार्वती ने विधमाता नूं आवाज मार के कहा, नी हुण तू संजोग किवें जोड़ेंगी? विधमाता ने हस के कहा, ओ संजोग तां जुड़ गया है। कन्या दा विआह पूर्वी दिशा वाले लाड़े नाल ही होया है। माता पार्वती ने कहा, पर ओ तां गुफा विच बंद है। विधमाता ने हस के कहा, हां, कुड़ी नूं उत्थे ही पहुंचा दिता गया। माता पार्वती ने पूछया, किसने पहुंचाया है? विधमाता ने हस के कहा, माता पार्वती जी तुसी। ते फिर विधमाता ने सारी गल माता पार्वती नूं वेरवे नाल दसी। माता पार्वती निराश हो के शिव जी वल वेखण लगी। शिव जी ने कहा, तू ते मैं ही इस संजोग नूं मिलाउण विच सहायक बने हां। तुहानू कहानी चंगी लगे तां लाइक करो ते इस तरह दियां होर कहानियां सुनन लई साडे चैनल नूं सबसक्राइब करना ना भुलना जी।